श्री राग महला पहला घर चौथा। कीता कहा करे मन मान, देमन हारे कै हथ दान। भावे दे न दे सोए, कीते कह क्या होए। आपे सच भावे तिस सच, अंधा कच्चा कच निकच। रहाओ जाके रुख बिरख आराओ, जेही तात ते हथ नाओ। फुल पाओ फल लिखिया पाए, आप बीज आपे ही खाए। कच्ची कंद कच्चा विच राज, मत अलूणी फिका साध। नानक आने आवे रास, बिन नावे नाही शाबाश। श्री गुरु नानक देव सच्चे पातशाह जी इस पावन शब्द दी रहाओ दी पंक्ति अंदर फरमान करते हैं, आपे सच। ਉਹ ਵਾਹਿਗੁਰੂ ਅਕਾਲ ਪੁਰਖ ਆਪ ਸੱਚਾ ਹੈ। ਭਾਵੈ ਤਿਸ ਸੱਚ, ਉਹਨੂੰ ਸੱਚ ਹੀ ਪਸੰਦ ਹੈ। ਭਾਵ ਸੱਚੇ ਬੰਦਿਆਂ ਨੂੰ ਹੀ ਉਹ ਪਸੰਦ ਕਰਦਾ ਹੈ। ਜਿਹੜੇ ਬੰਦੇ ਸੱਚ ਦੇ ਧਾਰਨੀ ਹਨ, ਜਿਹੜੇ ਸੱਚਾ ਆਚਾਰ ਕਰੈਕਟਰ ਬਣਾਉਂਦੇ ਹਨ, ਉਹ ਉਸ ਮਾਲਕ ਨੂੰ ਚੰਗੇ ਲੱਗਦੇ। ਪਰ ਅੰਧਾ ਕੱਚਾ ਕੱਚ ਨਿਕਚ, ਜਿਹੜੇ ਮਾਇਆ ਦੇ ਮੋਹ ਵਿੱਚ ਅੰਨੇ ਹੋ ਜਾਂਦੇ ਹਨ, ਭਾਵ ਜਿਨ੍ਹਾਂ ਨੂੰ ਉਹ ਪਰਮਾਤਮਾ ਦੀ ਹੋਂਦ ਹਸਤੀ ਭੁੱਲ ਜਾਂਦੀ, ਉਹਨਾਂ ਦਾ ਜੀਵਨ ਆਚਰਨ ਕੱਚਾ ਹੈ। ਉਹ ਨਿਰੇ ਕੱਚੇ ਹਨ। ਕੱਚ ਨਿਕਚ ਭਾਵ ਉਹਨਾਂ ਨੂੰ ਨਿਰੇ ਕੱਚੇ ਕਿਹਾ ਜਾਂਦਾ, ਕਿਉਂਕਿ ਉਹਨਾਂ ਦੇ ਜੀਵਨ ਦੇ ਅੰਦਰ ਸੱਚ ਨਾਮ ਦੀ ਕੋਈ ਚੀਜ਼ ਨਹੀਂ। ਗੁਰਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ, ਸੱਚੋਂ ਔਰ ਸਭ ਕੋ ਉੱਪਰ ਸੱਚ ਆਚਾਰ। ਸੱਚ ਤੋਂ ਹਰ ਚੀਜ਼ ਥੱਲੇ ਹੈ, ਪਰ ਸੱਚ ਤੋਂ ਉੱਤੇ ਵੀ ਇੱਕ ਚੀਜ਼ ਹੈ, ਉਹ ਹੈ ਸੱਚਾ ਆਚਾਰ। ਤੋ ਜਿਨ੍ਹਾਂ ਮਨੁੱਖਾਂ ਨੇ ਆਪਣੇ ਜੀਵਨ ਨੂੰ ਉਸ ਸੱਚ ਨਾਲ ਨਹੀਂ ਜੋੜਿਆ ਔਰ ਉਹਦੇ ਦਿੱਤੇ ਹੋਏ ਪਦਾਰਥਾਂ ਦੀ ਹਉਮੈ ਵਿੱਚ ਫਸ ਗਏ, ਗੁਰਦੇਵ ਫਰਮਾਉਂਦੇ ਨੇ, ਕੀਤਾ ਕਹਾ ਕਰੇ ਮਨ ਮਾਨ। ਕੀਤਾ ਦਾ ਮਤਲਬ ਹੈ ਬਣਾਇਆ ਹੋਇਆ, ਜਿਹੜਾ ਉਸ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜੀਵ ਹੈ। ਕਹਾ ਕਰੇ ਮਨ ਮਾਨ, ਮਨ ਦੇ ਨੰਨੇ ਨੂੰ ਸਿਆਰੀ ਹੈ, ਉਹ ਮਨ ਵਿੱਚ ਕੀ ਮਾਣ ਕਰ ਸਕਦਾ ਹੈ। ਭਾਵ ਉਹਦਾ ਕੀਤਾ ਹੋਇਆ ਅਹੰਕਾਰ ਅਕਾਰਥ, ਉਹਦੀ ਕੋਈ ਕੀਮਤ ਨਹੀਂ, ਉਹਦੀ ਕੋਈ ਵੈਲਿਊ ਨਹੀਂ, ਕਿਉਂਕਿ ਉਹ ਆਪਣੇ ਆਪ ਵਿੱਚ ਕੁਝ ਵੀ ਨਹੀਂ ਕਰ ਸਕਦਾ। ਦੇਵਨ ਹਾਰੇ ਕੈ ਹੱਥ ਦਾਨ, ਉਹ ਪਰਮਾਤਮਾ ਅਕਾਲ ਪੁਰਖ ਜੋ ਸਭ ਜੀਵਾਂ ਨੂੰ ਦੇਣ ਵਾਲਾ ਹੈ। ਕੈ ਹੱਥ ਦਾਨ, ਹੱਥ ਦੇ ਥੱਥੇ ਨੂੰ ਸਿਆਰੀ ਹੈ, ਉਹਦੇ ਹੱਥ ਵਿੱਚ ਹੈ ਕਿ ਉਹ ਪਰਮਾਤਮਾ ਕਿਸੇ ਨੂੰ ਕੁਝ ਦੇਵੇ ਜਾਂ ਨਾ ਦੇਵੇ। ਕਹਿਣ ਦਾ ਭਾਵ ਇਹ ਜੀਵ ਦਾ ਕੀਤਾ ਹੋਇਆ ਅਹੰਕਾਰ, ਇਹਦੀ ਕੀਤੀ ਹੋਈ ਚਤੁਰਾਈ ਚਲਾਕੀ ਤੇ ਸਿਆਣਪ ਕਿਸੇ ਕੰਮ ਨਹੀਂ ਆਉਂਦੀ, ਕਿਉਂਕਿ ਇਹਦੇ ਆਪਣੇ ਹੱਥ ਵਿੱਚ ਕੁਝ ਹੈ ਹੀ ਨਹੀਂ। ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜੀ ਗੂੜ ਕਹੀ ਹੈ, ਪਰ ਸਾਡੇ ਵਰਗੇ ਅਗਿਆਨੀ ਜੀਵਾਂ ਨੂੰ ਇਹ ਗੱਲ ਛੇਤੀ ਕੀਤਿਆਂ ਸਮਝ ਨਹੀਂ ਆਉਂਦੀ। ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਲੈ ਕੇ ਮਨੁੱਖ ਭੁੱਲ ਜਾਂਦਾ ਔਰ ਅਹੰਕਾਰ ਦੇ ਬੋਲ ਬੋਲਣ ਲੱਗ ਪੈਂਦਾ।
बड़े ध्यान नाल समझण दी लोड़ है। कीता कहा करे मन मान, ਜਿਹੜਾ ਉਸ परमात्मा ਦਾ ਬਣਾਇਆ ਹੋਇਆ ਜੀਵ ਹੈ, ਇਹ ਮਨ ਵਿੱਚ ਕੀ ਮਾਣ ਕਰ ਸਕਦਾ, ਕੀ ਅਹੰਕਾਰ ਕਰ ਸਕਦਾ। ਦੇਵਣ ਹਾਰੇ ਕੈ ਹੱਥ ਦਾਨ, ਇਹ ਤਾਂ ਦੇਣ ਵਾਲੇ परमात्मा ਦੇ ਹੱਥ ਵਿੱਚ ਹੈ। ਉਹ ਕਿਸੇ ਨੂੰ ਕਿਤਨਾ ਦਿੰਦਾ, ਕਿਸੇ ਨੂੰ ਥੋੜਾ ਦਿੰਦਾ, ਕਿਸੇ ਨੂੰ ਬਹੁਤਾ ਦਿੰਦਾ। ਫਿਰ ਪਾਤਸ਼ਾਹ ਕਹਿੰਦੇ ਨੇ ਭਾਵੈ ਦੇ ਨ ਦੇਈ ਸੋਏ, ਜੇ ਉਸ ਨੂੰ ਚੰਗਾ ਲੱਗੇ ਉਹ ਕੁਝ ਦੇਵੇ, ਜੇ ਉਸ ਨੂੰ ਨਾ ਚੰਗਾ ਲੱਗੇ ਨਾ ਦੇਵੇ। ਇਸ ਜੀਵ ਦੇ ਹੱਥ ਵਿੱਚ ਕੁਝ ਨਹੀਂ। ਰੋਜ਼ ਅਸੀਂ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀ ਦੇ ਜੀਆਂ ਰਿਜ਼ਕ ਸਮਾਏ। ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜੇ ਤਿਸੈ ਰਜ਼ਾਏ। ਇਸ ਜੀਵ ਨੂੰ ਤਾਂ ਉਸ ਮਾਲਕ ਦੀ ਮਰਜ਼ੀ ਮੁਤਾਬਕ ਹੀ ਚੱਲਣਾ ਪੈਂਦਾ। ਇਹ ਜੇ ਅਹੰਕਾਰ ਵਿੱਚ ਆ ਕੇ ਕੋਈ ਅਹੰਕਾਰ ਦੀ ਗੱਲ ਕਰਦਾ ਹੈ, ਉਹ ਸ਼ੋਭਦੀ ਨਹੀਂ, ਟੁਕਦੀ ਨਹੀਂ। ਕਿਉਂਕਿ ਭਾਵੈ ਦੇ ਨਾ ਦੇਈ ਸੋਏ, ਜੇ ਉਸ ਨੂੰ ਚੰਗਾ ਲੱਗੇ ਤਾਂ ਦੇਵੇ, ਨਾ ਚੰਗਾ ਲੱਗੇ ਨਾ ਦੇਵੇ। ਕੀਤੇ ਕਹੇ ਕਿਆ ਹੋਏ, ਇਸ ਕੀਤੇ ਹੋਏ ਜੀਵ ਦੇ ਕਹਿਣ ਨਾਲ ਕੀ ਹੁੰਦਾ, ਪਰ ਦੇਖਣ ਵਿੱਚ ਆਉਂਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੇ ਉਸ ਪਰਮ ਪਿਤਾ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਲੈ ਕੇ ਭੁੱਲ ਗਏ ਹਨ, ਉਹ ਅਹੰਕਾਰ ਵਿੱਚ ਆ ਕੇ ਕਈ ਅਹੰਕਾਰ ਭਰੀਆਂ ਗੱਲਾਂ ਕਰਦੇ ਹਨ। ਫਿਰ ਉਹਨਾਂ ਦੇ ਕੀਤੇ ਹੋਏ ਅਹੰਕਾਰ ਨੂੰ ਦੇਖ ਕੇ ਪਰਮਾਤਮਾ ਕਦੇ ਪ੍ਰਸੰਨ ਨਹੀਂ ਹੁੰਦਾ। ਇੱਕ ਆਮ ਮੁਹਾਵਰਾ ਹੈ, ਪਰਾਈ ਛਾਛ ਉੱਤੇ ਮੁੱਛਾਂ ਮਨਾਉਣੀਆਂ। ਭਾਵ ਦਾਤ ਕਿਸੇ ਦੀ ਹੈ, ਲੱਸੀ ਕਿਸੇ ਦੀ ਹੈ, ਔਰ ਆਪ ਅਹੰਕਾਰ ਕਰਨਾ, ਇਹ ਕਿਵੇਂ ਟੁਕਦਾ। ਤੋ ਪਾਤਸ਼ਾਹ ਕਹਿੰਦੇ ਨੇ ਭਾਵੈ ਦੇ ਨਾ ਦੇਈ ਸੋਏ, ਜੇ ਉਸ ਨੂੰ ਚੰਗਾ ਲੱਗੇ ਤਾਂ ਉਹ ਦੇ ਦੇਵੇ, ਜੇ ਨਾ ਚੰਗਾ ਲੱਗੇ ਨਾ ਦੇਵੇ। ਇਹ ਤਾਂ ਉਸ ਮਾਲਕ ਦੇ ਹੱਥ ਵਿੱਚ। ਕਰਤੇ ਹੱਥ ਵਡਿਆਈਆਂ ਜੈ ਭਾਵੇ ਤੈ ਦੇ, ਜਿਸ ਨੂੰ ਉਹ ਚੰਗਾ ਸਮਝੇ ਦੇ ਦੇਵੇ। ਪਰ ਕੀਤੇ ਕਹੇ ਕਿਆ ਹੋਏ, ਉਸ ਪਰਮਾਤਮਾ ਦੇ ਬਣਾਏ ਹੋਏ ਇਸ ਜੀਵ ਦੇ ਕਹਿਣ ਨਾਲ ਕੀ ਹੋ ਸਕਦਾ। ਇਹ ਬੜੀ ਡੂੰਘੀ ਗੱਲ ਹੈ, ਜਿਸ ਨੂੰ ਸਮਝਣ ਵਾਸਤੇ ਗੁਰੂ ਆਸ਼ੇ ਨੂੰ ਸਮਝਣਾ ਬੜਾ ਜ਼ਰੂਰੀ ਹੈ। ਫਿਰ ਪਾਤਸ਼ਾਹ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਨੇ ਆਪੇ ਸੱਚ ਭਾਵੈ ਤਿਸ ਸੱਚ, ਉਹ ਪਰਮਾਤਮਾ ਆਪ ਸੱਚਾ ਹੈ ਔਰ ਉਸ ਨੂੰ ਸੱਚਾ ਬੰਦਾ ਹੀ ਚੰਗਾ ਲੱਗਦਾ। ਭਾਵ ਉਹ ਸੱਚਿਆਂ ਨਾਲ ਹੀ ਪਿਆਰ ਕਰਦਾ। ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੌਕਾ ਲੈ ਦੋਜ਼ਕ ਚਾਲਿਆ। ਤੇਰੇ ਨਾਏ ਰਤੇ ਸੇਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਜਿਹੜੇ ਉਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਲੈ ਕੇ ਅਹੰਕਾਰ ਦੀਆਂ ਗੱਲਾਂ ਕਰਦੇ ਹਨ, ਉਹ ਕਦੇ ਵੀ ਮਾਨ ਸਨਮਾਨ ਪ੍ਰਾਪਤ ਨਹੀਂ ਕਰਦੇ। ਕਿਉਂਕਿ ਆਪੇ ਸੱਚ ਭਾਵੈ ਤਿਸ ਸੱਚ, ਉਹ ਵਾਹਿਗੁਰੂ ਆਪ ਸੱਚਾ ਹੈ ਤੇ ਉਸ ਨੂੰ ਸੱਚ ਹੀ ਚੰਗਾ ਲੱਗਦਾ। ਸੱਚਮੁੱਚ ਦੇਣ ਵਾਲਾ ਤੇ ਉਹ ਹੈ, ਤੇ ਉਹਦੇ ਦਿੱਤੇ ਹੋਏ ਨੂੰ ਲੈ ਕੇ ਅਸੀਂ ਅਹੰਕਾਰ ਕਰੀਏ, ਇਹ ਉਸ ਮਾਲਕ ਨੂੰ ਕਿਵੇਂ ਚੰਗਾ ਲੱਗੇਗਾ। ਗੁਰੂ ਅੰਗਦ ਦੇਵ ਪਾਤਸ਼ਾਹ ਤੇ ਫਰਮਾਉਂਦੇ ਨੇ, ਦਿੰਦੇ ਥਾਮੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ,
ਉਹ ਮਨਮੁਖ ਹੈ। ਇਹ ਮਨਮੁਖ ਦੀ ਪਛਾਣ ਹੈ ਕਿ ਦੇਣ ਵਾਲੇ ਨਾਲੋਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਚੰਗਾ ਸਮਝਦਾ। ਲਗਭਗ ਇਹ ਸਾਡੀ ਜੀਵਾਂ ਦੀ ਇਹੋ ਹਾਲਤ ਹੈ। ਦੇਣ ਵਾਲਾ ਉਹ ਪਰਮਾਤਮਾ ਹੈ, ਪਰ ਉਹਦੀਆਂ ਦਿੱਤੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਮਨੁੱਖ ਅਹੰਕਾਰੀ ਹੋ ਜਾਂਦਾ। ਦੇਨਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂੰ ਨ ਸੀਝਈ ਬਿਨ ਨਾਮੇ ਪਤ ਜਾਏ। ਤੋ ਇਸ ਲਈ ਗੁਰਦੇਵ ਫਰਮਾਉਂਦੇ ਨੇ, ਆਪੇ ਸੱਚ ਭਾਵੈ ਤਿਸ ਸੱਚ। ਉਹਨੂੰ ਤਾਂ ਸੱਚੀ ਭਾਵਨਾ ਹੀ ਪਸੰਦ ਹੈ। ਤੇ ਅੰਧਾ ਕੱਚਾ ਕੱਚ ਨਿਕੱਚ। ਤੇ ਜਿਹੜਾ ਅਗਿਆਨੀ ਅਗਿਆਨਤਾ ਦਾ ਮਾਰਿਆ ਹੋਇਆ ਜੀਵ ਹੈ, ਉਹਦਾ ਜੀਵਨ ਆਚਾਰ ਵੀ ਕੱਚਾ ਹੈ, ਔਰ ਮਾਨੋ ਨਿਰਾ ਹੀ ਕੱਚਾ ਹੈ, ਤਥਾ ਕੱਚਿਆਂ ਤੋਂ ਵੀ ਕੱਚਾ ਹੈ। ਫਿਰ ਹੋਰ ਚੰਗੀ ਤਰ੍ਹਾਂ ਸਮਝਾਉਂਦੇ ਨੇ, ਜਾ ਕੇ ਰੁੱਖ ਬਿਰਖ ਆਰਾਓ। ਜਾ ਕੇ ਜਿਸ ਮਾਲੀ ਦੇ ਪੈਦਾ ਕੀਤੇ ਹੋਏ ਰੁੱਖ ਬਿਰਖ ਹਨ, ਉਹ ਮਾਲੀ ਹੀ ਇਹਨਾਂ ਦੀ ਸੰਭਾਲ ਕਰਦਾ। ਆਰਾਓ ਸ਼ਬਦ ਗੁਰਬਾਣੀ ਵਿੱਚ ਬਹੁਤ ਘੱਟ ਵਰਤਿਆ ਗਿਆ, ਜਿਹਦਾ ਮਤਲਬ ਹੈ ਇਹਨਾਂ ਦੀ ਸਜਾਵਟ ਕਰਨੀ, ਇਹਨਾਂ ਨੂੰ ਸੰਭਾਲਣਾ। ਇਹਨਾਂ ਦੀ ਹਰ ਤਰ੍ਹਾਂ ਨਾਲ ਸੰਭਾਲ ਕਰਨ ਦੀ ਡਿਊਟੀ ਵੀ ਉਸੇ ਦੀ ਹੈ। ਜਾ ਕੇ ਰੁੱਖ ਬਿਰਖ ਆਰਾਓ, ਆਰਾਸਤਾ ਰੱਖਣਾ, ਸਜਾਵਟ ਕਰਨੀ, ਉਹਨਾਂ ਨੂੰ ਸੁੰਦਰ ਰੂਪ ਦੇਣਾ, ਇਹ ਸਭ ਉਸ ਮਾਲੀ ਦੇ ਹੱਥ ਵਿੱਚ। ਜਿਵੇਂ ਪਾਤਸ਼ਾਹ ਨੇ ਮਾਰੂ ਰਾਗ ਵਿੱਚ ਵੀ ਫਰਮਾਇਆ, ਸਿੰਚਨ ਹਾਰੇ ਏਕੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਮਾਲੀ ਜਿਸ ਤਰ੍ਹਾਂ ਆਪਣੇ ਬਗੀਚੇ ਦੀ ਸੰਭਾਲ ਕਰਦਾ ਹੈ ਔਰ ਹਰ ਪੱਤੇ ਪੱਤੇ ਦੀ ਧਿਆਨ ਰੱਖਦਾ ਹੈ ਕਿ ਕਿਹੜੇ ਬਿਰਛ ਨੂੰ ਕੀ ਚਾਹੀਦਾ, ਕਿਤਨਾ ਪਾਣੀ ਚਾਹੀਦਾ, ਕਿਤਨੀ ਗੋਡੀ ਚਾਹੀਦੀ ਹੈ, ਕਦੋਂ ਉਹਦੀ ਕਟਿੰਗ ਹੋਣੀ ਚਾਹੀਦੀ ਹੈ। ਜਾ ਕੇ ਰੁੱਖ ਬਿਰਖ ਆਰਾਓ। ਜਿਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਰੁੱਖ ਬਿਰਖ ਹਨ, ਉਹੋ ਹੀ ਇਹਨਾਂ ਰੁੱਖਾਂ ਬਿਰਖਾਂ ਨੂੰ ਆਰਾਓ ਸਜਾਉਂਦਾ ਹੈ ਤਥਾ ਇਹਨਾਂ ਦੀ ਸੰਭਾਲ ਕਰਦਾ। ਔਰ ਜੇ ਹੀ ਧਾਤ ਤੇਹਾ ਤਿਨ ਨਾਉ। ਜਿਹੋ ਜੀ ਕਿਸਮ ਦਾ ਕੋਈ ਬੂਟਾ ਹੁੰਦਾ, ਉਹੋ ਜਿਹਾ ਉਸ ਦਾ ਨਾਉ, ਉਸੇ ਤਰ੍ਹਾਂ ਨਾਲ ਉਸ ਨੂੰ ਪੁਕਾਰਿਆ ਜਾਂਦਾ। ਭਾਵ ਇਹ ਜੀਵ ਸਾਰੇ ਉਸ ਮਾਲੀ ਦੇ ਬਗੀਚੇ ਦੇ ਫੁੱਲ ਬੂਟੇ ਹਨ। ਇਹਨਾਂ ਨੂੰ ਸੰਭਾਲਣ ਵਾਲਾ ਵੀ ਉਹੋ ਹੀ ਹੈ। ਤੇ ਜਿਹੋ ਜਿਹਾ ਕਿਸੇ ਜੀਵ ਦਾ ਸੁਭਾਅ ਹੁੰਦਾ, ਉਹੋ ਜਿਹਾ ਉਹਦਾ ਨਾਮ ਪ੍ਰਸਿੱਧ ਹੋ ਜਾਂਦਾ। ਫੁੱਲ ਭਾਉ ਫਲ ਲਿਖਿਆ ਪਾਏ। ਭਾਉ ਦਾ ਅਰਥ ਹੈ ਪ੍ਰੇਮ, ਭਾਉ ਦਾ ਅਰਥ ਹੈ ਭਾਵਨਾ। ਜਿਹੋ ਜੇ ਕਿਸੇ ਦੇ ਹਿਰਦੇ ਦੇ ਅੰਦਰ ਉਸ ਪਰਮਾਤਮਾ ਲਈ ਭਾਉ ਹੁੰਦਾ ਹੈ, ਕਿਉਂਕਿ ਭਾਉ ਨੂੰ ਫੁੱਲ ਦਾ ਦਰਜਾ ਦਿੱਤਾ, ਫੁੱਲ ਤੋਂ ਬਾਅਦ ਫਲ ਬਣਦਾ। ਇਸ ਲਈ ਸਾਨੂੰ ਸਾਰਿਆਂ ਜੀਵਾਂ ਨੂੰ ਉਸ ਪਰਮਾਤਮਾ ਪ੍ਰਤੀ ਆਪਣੀ ਸ਼ੁੱਧ ਭਾਵਨਾ ਰੱਖਣੀ ਚਾਹੀਦੀ। ਪਰ ਦੇਖਣ ਵਿੱਚ ਆਉਂਦਾ ਹੈ ਕਿ ਨਹੀਂ, ਅਸੀਂ ਉਤੋਂ ਹੋਰ ਤੇ ਅੰਦਰੋਂ ਹੋਰ ਬਣ ਜਾਂਦੇ ਔਰ ਬਾਹਰੋਂ ਤੇ ਜ਼ਾਹਰ ਕਰਦੇ ਹਾਂ ਕਿ ਅਸੀਂ ਬੜੇ ਭਗਤ ਹਾਂ, ਬੜੇ ਪਰਮਾਤਮਾ ਦੇ ਪ੍ਰੇਮੀ ਹਾਂ, ਪਰ ਅੰਦਰ ਕੁਝ ਸਾਡੇ ਹੋਰ ਹੁੰਦਾ। ਕਿਉਂਕਿ ਉਹ ਵਾਹਿਗੁਰੂ ਅਕਾਲ ਪੁਰਖ ਹਮੇਸ਼ਾ ਭਾਉ ਦਾ ਭੁੱਖਾ ਹੈ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਗੋਬਿੰਦ ਭਾਉ ਭਗਤ ਦਾ ਭੁੱਖਾ। ਗੋਬਿੰਦ ਨੂੰ ਤਾਂ ਪ੍ਰੇਮਾ ਭਗਤੀ ਨਾਲ ਪਿਆਰ ਹੈ। ਆਇਆ ਸੁਣਿਆ ਬਿਦਰਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਘਰ ਸਾਡਾ ਛੱਡ ਕੇ, ਗੋਲੇ ਦੇ ਕਰ ਜਾਏ ਕਿ ਸੁੱਖਾ। ਇੱਕ ਬੜੀ ਇਤਿਹਾਸਕ ਵਾਰਤਾ ਹੈ ਕਿ ਕਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਦੁਰਯੋਧਨ ਨੇ ਸੱਦਾ ਦਿੱਤਾ, ਪਰ ਦੁਰਯੋਧਨ ਅਹੰਕਾਰੀ ਸੀ,
ਉਹਦੇ ਅੰਦਰ ਉਹ ਭਾਵਨਾ ਤੇ ਸ਼ਰਧਾ ਨਹੀਂ ਸੀ। ਉਹ ਸ੍ਰੀ ਕ੍ਰਿਸ਼ਨ ਜੀ ਨੂੰ ਇੱਕ ਆਮ ਰਾਜਾ ਹੀ ਸਮਝਦਾ ਸੀ ਤੇ ਉਹਦੇ ਮਨ ਵਿੱਚ ਇਹ ਵਿਚਾਰ ਸੀ ਕਿ ਜੇ ਸ੍ਰੀ ਕ੍ਰਿਸ਼ਨ ਜੀ ਆਏ ਤਾਂ ਉਹਨਾਂ ਨੂੰ ਉੱਠ ਕੇ ਸਾਰੇ ਲੋਕ ਸਤਿਕਾਰ ਕਰਨਗੇ, ਤਾਂ ਇਸ ਤਰ੍ਹਾਂ ਮੇਰੀ ਹੇਠੀ ਹੋਵੇਗੀ। ਇਹ ਹੈ ਉਹਦੇ ਅੰਦਰ ਦੀ ਭਾਵਨਾ ਤੇ ਅੰਤਰਯਾਮੀ ਸ੍ਰੀ ਕ੍ਰਿਸ਼ਨ ਜੀ ਨੇ ਉਹਦੀ ਭਾਵਨਾ ਨੂੰ ਸਮਝ ਲਿਆ। ਉਹ ਇਹੋ ਜਿਹੇ ਅਹੰਕਾਰੀ ਦੁਰਯੋਧਨ ਦੇ ਘਰ ਗਏ ਹੀ ਨਹੀਂ, ਉਹ ਤਾਂ ਬਿਦਰ ਦੇ ਘਰ ਚਲੇ ਗਏ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਘਰ ਸਾਡਾ ਛੱਡ ਕੇ, ਗੋਲੇ ਦੇ ਘਰ ਜਾਏ ਸਿੱਕੇ ਸੁੱਕਾ। ਭੀਸ਼ਮ ਦ੍ਰੋਣਾ ਕਰਨ ਤਜ, ਸਭਾ ਸਿੰਘਾਰ ਵੱਡੇ ਮਨੁੱਖਾ। ਝੁੱਗੀ ਜਾਏ ਬਲਾਇਓਂ, ਸਭਨਾ ਦੇ ਜੀ ਅੰਦਰ ਦੁੱਖਾ। ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ। ਤੇਰੇ ਭਾਉ ਨ ਦਿਸਈ, ਮੇਰੇ ਨਾਹੀ ਅਪਦਾ ਦੁੱਖਾ। ਗੋਬਿੰਦ ਭਾਉ ਭਗਤ ਦਾ ਭੁੱਖਾ। ਫੁੱਲ ਭਾਉ, ਜਿਹੜੀ ਸਾਡੀ ਭਾਵਨਾ ਹੈ ਉਹ ਮਾਨੋ ਫੁੱਲ ਹੈ, ਔਰ ਉਸ ਭਾਵਨਾ ਨੂੰ ਹੀ ਫਲ ਲੱਗਣਾ ਹੈ। ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਇਸ ਪ੍ਰੇਮਾ ਭਗਤੀ ਨੂੰ ਭਗਤ ਕਬੀਰ ਜੀ ਨੇ ਵੀ ਬੜੇ ਸੁੰਦਰ ਸ਼ਬਦਾਂ ਵਿੱਚ ਲਿਖਿਆ। ਜਦੋਂ ਦੁਰਯੋਧਨ ਨੇ ਉਲਾਂਭਾ ਦਿੱਤਾ, ਮਹਾਰਾਜ ਤੁਸੀਂ ਮੇਰੇ ਘਰ ਨਹੀਂ ਆਏ, ਤੁਸੀਂ ਬਿਦਰ ਜੋ ਇੱਕ ਦਾਸੀ ਦਾ ਪੁੱਤਰ ਹੈ ਉਹਦੇ ਘਰ ਚਲੇ ਗਏ, ਤਾਂ ਸ੍ਰੀ ਕ੍ਰਿਸ਼ਨ ਜੀ ਨੇ ਜਵਾਬ ਦਿੱਤਾ, ਰਾਜਨ ਕੌਣ ਤੁਮਾਰੇ ਆਵੇ। ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹ ਭਾਵੇ। ਹਸਤੀ ਦੇਖ ਭਰਮ ਤੇ ਭੂਲਾ, श्री भगवान न जानिया। तुमरो दूध बिदर को पानो, अमृत कर में मानिया। खीर समान साग में पाया, गुण गावत रैन बेहानी। कबीर को ठाकुर आनंद बिनोदी, जात न काहू की मानी। तो गुरु नानक सच्चे पातशाह फरमांदे ने, प्यारे हो जाके रुख बिरख आहराहो, जेही धात तेहा तिन नाओ। ਜਿਹੋ ਜੀ ਕਿਸੇ ਕਿਸਮ ਦਾ ਕੋਈ ਬ੍ਰਿਚ ਹੁੰਦਾ ਹੈ, ਉਹੋ ਜਿਹਾ ਉਹਦਾ ਨਾਮ ਪ੍ਰਸਿੱਧ ਹੋ ਜਾਂਦਾ। ਤੋ ਫੁੱਲ ਭਾਓ ਫਲ ਲਿਖਿਆ ਪਾਏ। ਇਹ ਜਿਹੜੀ ਸਾਡੀ ਭਾਵਨਾ ਹੈ ਇਹ ਮਾਨੋ ਫੁੱਲ ਹੈ, ਔਰ ਇਸੇ ਹੀ ਫੁੱਲ ਤੋਂ ਬਾਅਦ ਫਲ ਲੱਗਦਾ ਹੈ। ਜੋ ਵੀ ਸਾਨੂੰ ਦੁੱਖ ਸੁੱਖ ਪ੍ਰਾਪਤ ਹੁੰਦਾ ਹੈ ਉਹ ਫਲ ਰੂਪ ਹੈ, ਪਰ ਇਹਦੇ ਲਈ ਪਰਮਾਤਮਾ ਨੂੰ ਕਦੇ ਦੋਸ਼ ਨਹੀਂ ਦੇਣਾ ਚਾਹੀਦਾ। ਆਪ ਬੀਜ ਆਪੇ ਹੀ ਖਾਏ। ਹੁਣ ਇੱਥੇ ਬੀਜ ਦੇ ਜੱਜੇ ਨੂੰ ਸਿਆਰੀ ਹੈ, ਆਪ ਦੇ ਪੱਪੇ ਨੂੰ ਸਿਆਰੀ ਹੈ। ਦੇਖੋ ਇਹ ਜਿਹੜੀਆਂ ਲਗਾ ਮਾਤਰਾ ਹਨ, ਇਹਨਾਂ ਨੂੰ ਥੋੜਾ ਜਿਹਾ ਧਿਆਨ ਨਾਲ ਸਮਝਣ ਨਾਲ ਸਾਨੂੰ ਬਾਣੀ ਦੇ ਡੂੰਘੇ ਭਾਵ ਸਮਝ ਆ ਜਾਂਦੇ। ਤੋ ਬੀਜ ਦੇ ਜੱਜੇ ਨੂੰ ਸਿਆਰੀ ਲੱਗਣ ਨਾਲ ਬੀਜ ਕੇ, ਇਹੀ ਬੀਜ ਜੇ ਜੱਜੇ ਨੂੰ ਔਂਕੜ ਹੋਵੇਗਾ ਤੇ ਬੀਜ ਨਾਉਨ ਪੁਲਿੰਗ ਇੱਕ ਵਚਨ ਹੋਵੇਗਾ। ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਭਾਈ ਆਪ ਬੀਜ ਆਪੇ ਹੀ ਖਾਏ। ਹੁਣ ਜਿਹੜੀ ਭਾਵਨਾ ਹੈ ਉੱਤੇ ਜੀਵ ਨੇ ਆਪ ਆਪਣੇ ਅੰਦਰ ਪਰਮਾਤਮਾ ਲਈ ਬਣਾਉਣੀ, ਪਰ ਅਸੀਂ ਅੰਦਰੋਂ ਹੋਰ ਤੇ ਬਾਹਰੋਂ ਹੋਰ। ਜਾਂਦੇ ਹਾਂ ਗੁਰੂ ਘਰ ਵਿੱਚ ਵੀ, ਜਾਂਦੇ ਹਾਂ ਧਰਮ ਸਥਾਨਾਂ ਤੇ ਵੀ, ਪਰ ਅੰਦਰ ਦੀ ਕੁਝ ਭਾਵਨਾ ਹੋਰ ਹੈ, ਬਾਹਰ ਦੀ ਭਾਵਨਾ ਹੋਰ ਹੈ। ਭਗਤ ਫਰੀਦ ਜੀ ਵਰਗੀ ਮਹਾਨ ਆਤਮਾ ਨੇ ਵੀ ਕਿਹਾ, ਫਰੀਦਾ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੁੰਦਾ ਹੈ, ਜਿਨ੍ਹਾਂ ਦੇ ਮੂੰਹ ਵਿੱਚ ਕੁਝ ਹੋਰ ਹੁੰਦਾ ਹੈ, ਉਹ ਅੰਤਰਜਾਮੀ ਪਰਮੇਸ਼ਵਰ ਨੂੰ ਕਦੇ ਵੀ ਧੋਖਾ ਨਹੀਂ ਦੇ ਸਕਦੇ। ਉਹਨਾਂ ਨੂੰ ਆਪਣੀ ਭਾਵਨਾ ਦੇ ਮੁਤਾਬਕ ਹੀ ਫਲ ਮਿਲਦਾ ਹੈ। ਫੁੱਲ ਭਾਓ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ। ਕੱਚੀ ਕੰਧ ਕੱਚਾ ਵਿੱਚ ਰਾਜ। ਲਓ,
ਕੰਧ ਤੇ ਰਾਜ। ਰਾਜ ਕਹਿੰਦੇ ਨੇ ਕੰਧ ਦੀ ਉਸਾਰੀ ਕਰਨ ਵਾਲੇ ਮਿਸਤਰੀ ਨੂੰ, ਤੇ ਕੰਧ ਹੈ ਸਾਡਾ ਜੀਵਨ। ਸਾਡੇ ਜੀਵਨ ਦੀ ਜੋ ਉਸਾਰੀ ਹੈ ਉਹ ਵੀ ਕੱਚੀ ਹੋਵੇਗੀ ਜੇ ਰਾਜ ਕੱਚਾ ਹੈ। ਭਾਵ ਅਸੀਂ ਆਪਣੀ ਮਨ ਮਰਜ਼ੀ ਨਾਲ ਆਪਣੀਆਂ ਮਨ ਆਈਆਂ ਕਰਨੀਆਂ ਚਾਹੁੰਦੇ ਹਾਂ, ਸੱਚੇ ਗੁਰੂ ਦੇ ਆਖੇ ਨਹੀਂ ਲੱਗਦੇ। ਉਤੋਂ ਜ਼ਾਹਰ ਕਰਦੇ ਹਾਂ ਕਿ ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਗੁਰੂ ਦੇ ਕਹੇ ਮੁਤਾਬਕ ਚੱਲਦੇ ਹਾਂ, ਪਰ ਮਹਾਰਾਜ ਕਹਿੰਦੇ ਨਹੀਂ, ਕਾਚੇ ਗੁਰ ਤੇ ਮੁਕਤ ਨਾ ਹੋਈ। ਜੇ ਕਿਸੇ ਦਾ ਗੁਰੂ ਕੱਚਾ ਹੈ ਤਾਂ ਉਸ ਦੀ ਸਿੱਖਿਆ ਵੀ ਕੱਚੀ ਹੈ, ਤੇ ਉਸ ਦੀ ਸਿੱਖਿਆ ਦੇ ਅਨੁਸਾਰ ਜਿਹੜੀ ਘਾੜਤ ਘੜੀ ਜਾਏਗੀ, ਜਿਹੜੀ ਕੰਧ ਉਸਰੇਗੀ, ਉਹ ਵੀ ਕੱਚੀ ਹੋਵੇਗੀ। ਕੱਚੀ ਕੰਧ ਕੱਚਾ ਵਿੱਚ ਰਾਜ। ਇੱਥੇ ਰਾਜ ਦੇ ਜੱਜੇ ਨੂੰ ਔਂਕੜ ਹੈ, ਜਿਹਦਾ ਮਤਲਬ ਹੈ ਰਾਜਗੀਰੀ ਕਰਨ ਵਾਲਾ, ਜਿਹੜਾ ਕੰਧ ਦੀ ਉਸਾਰੀ ਕਰਨ ਵਾਲਾ ਹੈ। ਜੇ ਉਹ ਕੱਚਾ ਹੈ, ਉਹਦੀ ਉਸਾਰੀ ਹੋਈ ਕੰਧ ਵੀ ਕੱਚੀ। ਤੋ ਸਾਡਾ ਜੀਵਨ ਜਿਹੜਾ, ਸਾਡਾ ਆਚਰਨ ਜਿਹੜਾ, ਸਾਡਾ ਕਰੈਕਟਰ ਜਿਹੜਾ, ਉਹ ਤੇ ਤਾਂ ਹੀ ਪੱਕਾ ਹੋ ਸਕਦਾ ਹੈ ਜੇ ਅਸੀਂ ਸੱਚੇ ਗੁਰੂ ਦੇ ਦੱਸੇ ਰਾਹ ਤੇ ਚੱਲੀਏ। ਤੇ ਜਿਹਦੀ ਜੀਵਨ ਉਸਾਰੀ ਕੱਚੀ ਹੈ, ਫਿਰ ਮਤ ਅਲੂਣੀ ਫਿੱਕਾ ਸਾਧ। ਉਹਦੀ ਜਿਹੜੀ ਮਤ ਹੈ ਉਹ ਵੀ ਅਲੂਣੀ। ਅਲੂਣੀ ਤੋਂ ਭਾਵ ਹੈ ਜਿਹਦੇ ਵਿੱਚ ਕੋਈ ਸਵਾਦ ਨਾ ਹੋਵੇ। ਜਿਵੇਂ ਕੋਈ ਦਾਲ ਸਬਜ਼ੀ ਬਣੀ ਹੋਵੇ, ਅਸੀਂ ਨਾ ਯਾਰ ਇਹਦਾ ਸਵਾਦ ਕੋਈ ਨਹੀਂ। ਤੋ ਇਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦੀ ਜੀਵਨ ਉਸਾਰੀ ਕੱਚੀ ਹੈ, ਜਿਹੜੇ ਆਪਣੀ ਮਾਇਆ ਦੀ ਮਸਤੀ ਵਿੱਚ ਜਿਉਂਦੇ ਹਨ ਤਥਾ ਹਰ ਗੱਲ ਅਹੰਕਾਰ ਨਾਲ ਕਰਦੇ ਹਨ, ਉਹਨਾਂ ਦੀ ਮਤ ਵੀ ਅਲੂਣੀ ਹੈ ਤੇ ਉਹਨਾਂ ਦਾ ਸਵਾਦ ਵੀ ਫਿੱਕਾ ਹੈ। ਭਾਵ ਉਹਨਾਂ ਦੀ ਗੱਲਬਾਤ ਵਿੱਚੋਂ ਕਦੇ ਰਸ ਨਹੀਂ ਆ ਸਕਦਾ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਨ। ਤਾਂ ਤੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਮਨੁੱਖ ਸੱਚੇ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਨੇ, ਨਾਨਕ ਆਣੇ ਆਵੇ ਰਾਸ। ਨਾਨਕ ਜੀ ਫਰਮਾਉਂਦੇ ਨੇ, ਉਹਨਾਂ ਦਾ ਜੀਵਨ ਰਾਸ ਸਫਲ ਹੋ ਜਾਂਦਾ। ਉਹ ਆਪਣੇ ਜੀਵਨ ਦੇ ਬੰਦ ਵਿੱਚ ਕਾਮਯਾਬ ਹੋ ਜਾਂਦੇ ਹਨ, ਕਿਉਂਕਿ ਉਹ ਸੱਚੇ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਦੇ ਹਨ। ਤੇ ਵਿਣ ਨਾਵੇਂ ਨਾ ਹੀ ਸ਼ਾਬਾਸ਼। ਭਾਈ ਬਿਨਾਂ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਨਾ ਹੀ ਸ਼ਾਬਾਸ਼, ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਸ਼ਾਬਾਸ਼ ਨਹੀਂ ਮਿਲਦੀ। ਧਿਆਨ ਦੇਣਾ, ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਧਰਮ ਦੀ ਦੁਨੀਆ ਵਿੱਚ ਵਿਚਰਨ ਵਾਲੇ ਲੋਕ ਬਾਹਰੋਂ ਭੇਖ ਕਰਕੇ, ਦਿਖਾਵੇ ਕਰਕੇ ਧਰਮੀ ਨਜ਼ਰ ਆਉਂਦੇ ਹਨ, ਪਰ ਉਹਨਾਂ ਦੇ ਅੰਦਰ ਧਰਮ ਵਾਲੀ ਕੋਈ ਗੁਣ ਨਹੀਂ ਹੁੰਦਾ। ਇਸ ਲਈ ਉਹ ਸਿਮਰਨ ਤੋਂ ਬਿਹੁਣੇ ਗੱਲਾਂ ਬਾਤਾਂ ਤੇ ਬਹੁਤ ਕਰ ਸਕਦੇ ਨੇ, ਚਤੁਰਾਈ ਦੀਆਂ, ਚਲਾਕੀ ਦੀਆਂ ਗੱਲਾਂ ਕਰਕੇ ਲੋਕਾਂ ਤੇ ਪ੍ਰਭਾਵ ਪਾ ਲੈਂਦੇ ਨੇ, ਪਰ ਨਾਮ ਸਿਮਰਨ ਨਹੀਂ ਕਰਦੇ। ਤੇ ਨਾਮ ਸਿਮਰਨ ਨਾ ਕਰਨ ਕਰਕੇ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਸ਼ਾਬਾਸ਼ ਨਹੀਂ ਮਿਲਦੀ, ਤਥਾ ਉਹ ਆਪਣੇ ਜੀਵਨ ਦੀ ਸਫਲਤਾ ਦੇ ਕਾਰਜ ਤੋਂ ਦੂਰ ਰਹਿ ਜਾਂਦੇ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜੀਵਾਂ ਨੂੰ ਇਹ ਸੁਝਾਅ ਦਿੱਤਾ ਹੈ, ਭਾਈ ਕਿਤੇ ਮਾਣ ਨਾ ਕਰੋ। ਇਹ ਉਸ ਵਾਹਿਗੁਰੂ ਅਕਾਲ ਪੁਰਖ ਦੇ ਉੱਤੇ ਭਰੋਸਾ ਰੱਖੋ। ਉਹ ਹੀ ਇਹ ਚੰਗੇ ਗੁਣ ਬਖਸ਼ਣ ਵਾਲਾ ਹੈ, ਉਹ ਹੀ ਸਾਨੂੰ ਚੰਗੀ ਸੰਗਤ ਬਖਸ਼ਣ ਵਾਲਾ ਹੈ। ਸਾਡੇ ਕੀਤਿਆਂ ਜਾਂ ਕਿਹਾ ਕੁਝ ਨਹੀਂ ਹੋਣਾ। ਹਾਂ, ਜਿਹੜੇ ਸੱਚੇ ਨਾਲ ਜੁੜਨਗੇ, ਸੱਚੇ ਮਨੋਂ ਪ੍ਰੇਮ ਕਰਨਗੇ, ਉਹਨਾਂ ਦਾ ਜੀਵਨ ਸੱਚਾ ਬਣ ਜਾਏਗਾ। ਅਸੀਂ ਰੋਜ਼ ਨਿਤਨੇਮ ਵਿੱਚ ਸਵਈਏ ਪੜ੍ਹਦੇ ਹਾਂ। ਉਹਨਾਂ ਦੋ ਸਵਈਆਂ ਦੇ ਅੰਦਰ ਗੁਰਦੇਵ ਫਰਮਾਉਂਦੇ ਨੇ, ਕਹਾਂ ਬਹਿਓ ਜੋ ਦੋ ਲੋਚਨ ਮੂੰਦ ਕੇ, बैठ रहो बक ध्यान लगायो, नाथ फिरो लिए सात समुद्रन, लोग गयो पर रोग गवायो, बास कियो बिख्यान सो बैठ के, ऐसे ही ऐसे तो बहस बितायो, सच कहो सुन ले हो सब, जिन प्रेम कियो तिन ही प्रभ पायो। जे अंदरों होर बाहरों होर होवांगे ਤਾਂ ਫਿਰ ਮਤ ਵਿੱਚ ਵੀ ਕਦੇ ਰਸ ਨਹੀਂ ਆ ਸਕਦਾ।
ਇਸੇ ਲਈ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਤੇ ਜਿਨ੍ਹਾਂ ਦੇ ਜੀਵਨ ਵਿੱਚ ਮਿੱਠਤ ਹੈ, ਨੀਵਾਂ ਨਿਮਰਤਾ ਹੈ, ਤੇ ਜਿਹੜੇ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਹਨ, ਉਹਨਾਂ ਦੀ ਇੱਥੇ ਵੀ ਸ਼ੋਭਾ ਹੁੰਦੀ ਹੈ ਤੇ ਉੱਥੇ ਵੀ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ।